Good morning, students. In this video today we will discuss about pronouns, and this video also covers about the subject and predicate and different type of pronouns, and this is your chapter number 4th of your grammar book. So let's start. So first we must know that what is subject and predicate. Every complete sentence has two parts. मतलब हर sentence ਦੇ ਦੋ parts ਹੁੰਦੇ ਆ, subject and predicate. ठीक है, subject ਕੀ ਹੁੰਦਾ ਆ? What is subject? What or who the sentence is about, मतलब sentence ਜਿਹਦੇ ਬਾਰੇ ਹੁੰਦਾ ਆ, sentence ਵਿੱਚ ਜਿਸ ਬਾਰੇ ਗੱਲ ਹੋ ਰਹੀ ਹੁੰਦੀ ਆ. Next is predicate. What the subject does, means subject ਕੀ ਕਰ ਰਿਹਾ ਹੈ, ਉਹ predicate ਦੱਸਦਾ ਆ. Let's look into some examples. Subject, who or what the sentence is about. ठीक है, sentence ਦੇ ਵਿੱਚ subject ਉਹੀ ਹੁੰਦਾ ਹੈ ਜਿਹਦੇ ਬਾਰੇ ਗੱਲ ਹੋ ਰਹੀ ਹੁੰਦੀ ਆ, and predicate ਉਹ ਹੁੰਦਾ ਆ ਉਹ ਜੋ ਇਹ ਦੱਸਦਾ ਹੈ ਕਿ subject ਕੀ ਕਰ ਰਿਹਾ ਆ. Nathan was eating a sandwich. ਹੁਣ ਨਥਨ ਜਿਹੜਾ ਆ ਜਿਹਦੇ ਬਾਰੇ ਗੱਲ ਹੋ ਰਹੀ ਆ, ਦੈਟ ਇਜ਼ ਦਾ ਸਬਜੈਕਟ, ਅਤੇ ਵਾਜ਼ ਈਟਿੰਗ ਅ ਸੈਂਡਵਿਚ ਉਹਦੇ ਬਾਰੇ ਕੀ ਦੱਸਿਆ ਜਾ ਰਿਹਾ ਹੈ ਕਿ ਉਹ ਈਟ ਕਰ ਰਿਹਾ ਸੈਂਡਵਿਚ, ਐਂਡ ਦਿਸ ਇਜ਼ ਕਾਲਡ ਪ੍ਰੈਡੀਕੇਟ. ਠੀਕ ਹੈ. ਸੈਮ ਲਵਸ ਪਲੇਇੰਗ ਫੁੱਟਬਾਲ. ਹੁਣ ਇੱਥੇ ਸੈਮ ਦੇ ਬਾਰੇ ਗੱਲ ਹੋਈ ਆ, ਮਤਲਬ ਸੈਮ ਤੁਹਾਡਾ ਸਬਜੈਕਟ ਆ. ਲਵਸ ਪਲੇਇੰਗ ਫੁੱਟਬਾਲ, ਕਿਹਦੇ ਉੱਪਰ ਵਰਕ ਹੋ ਰਿਹਾ ਆ? ਫੁੱਟਬਾਲ ਦੇ ਉੱਪਰ. ਜਿਹਦੇ ਉੱਪਰ ਵਰਕ ਹੋ ਰਿਹਾ ਤਾਂ ਉਹ ਤੁਹਾਡਾ ਆਬਜੈਕਟ ਹੁੰਦਾ ਆ. ਠੀਕ ਹੈ, ਅਤੇ ਪ੍ਰੈਡੀਕੇਟ ਵਾਲੇ ਹਿੱਸੇ ਵਿੱਚ ਹੀ ਤੁਹਾਡਾ ਆਬਜੈਕਟ ਜਿਹੜਾ ਆ ਹਮੇਸ਼ਾ ਹੋਏਗਾ. ਠੀਕ ਹੈ, ਸੋ ਦੈਟ ਇਜ਼ ਦ ਬੇਸਿਕ ਡਿਫਰੈਂਸ ਬਿਟਵੀਨ ਸਬਜੈਕਟ ਐਂਡ ਆਬਜੈਕਟ. ਦ ਡੈਂਟਿਸਟ ਪੁਲਡ ਆਊਟ ਅ ਟੁੱਥ. ਡੈਂਟਿਸਟ ਦੇ ਬਾਰੇ ਗੱਲ ਹੋ ਰਹੀ ਆ, ਸੋ ਉਹ ਤੁਹਾਡਾ ਸਬਜੈਕਟ ਹੈ. ਪੁਲਡ ਆਊਟ ਅ ਟੁੱਥ ਮੀਨਸ ਕਿ ਉਹਨੇ ਜਿਹੜਾ ਦੰਦ ਜਿਹੜਾ ਆ ਉਹਦਾ ਦੰਦ ਜਿਹੜਾ ਉਖਾੜ ਦਿੱਤਾ ਹੈ. ਠੀਕ ਹੈ, ਇਹ ਜਿਹੜਾ ਪ੍ਰੈਡੀਕੇਟ ਤੋਂ ਸਾਨੂੰ ਪਤਾ ਲੱਗ ਰਿਹਾ ਕਿ ਡੈਂਟਿਸਟ ਕੀ ਕਰ ਰਿਹਾ, ਐਂਡ ਟੁੱਥ ਜਿਹਦੇ ਉੱਪਰ ਵਰਕ ਹੋ ਰਿਹਾ ਉਹਨੂੰ ਉਹ ਆਪਾਂ ਕਹਿ ਸਕਦੇ ਹਾਂ ਆਬਜੈਕਟ. ਠੀਕ ਹੈ, ਸੋ in that way we can say that subject and object both are different. What is pronoun? ਹੁਣ pronoun ਕੀ ਹੈ ਉਹਦੇ ਬਾਰੇ ਆਪਾਂ ਜਾਣ ਲੈਂਦੇ ਹਾਂ. pronoun is the replacement of the noun in a sentence, ਮਤਲਬ ਕਿ ਇੱਕ ਨਾਮ ਜਿਹੜਾ ਹੁੰਦਾ ਆ, ਨਾਮ ਹੁੰਦਾ ਉਹਨੂੰ ਰਿਪਲੇਸ ਹੀ ਕਰਦਾ ਆ pronoun, ਅਤੇ ਪੰਜਾਬੀ 'ਚ pronoun ਨੂੰ ਆਪਾਂ ਕਹਿ ਦਿੰਦੇ ਪੜਨਾਵ. ਠੀਕ ਹੈ, pronouns can do everything that nouns can do, ਮਤਲਬ ਪੜਨਾਵ ਉਹ ਸਭ ਕੁਛ ਕਰ ਸਕਦੇ ਜੋ ਨਾਉਨ ਕਰ ਸਕਦੇ ਆ. ਠੀਕ ਹੈ, ਹੁਣ ਵੱਖੋ ਵੱਖਰੇ ਤਰ੍ਹਾਂ ਦੇ ਪ੍ਰੋਨਾਊਨਸ ਹੋ ਸਕਦੇ ਆ, ਜਿਵੇਂ ਆਈ, ਯੂ, ਹੀ, ਸ਼ੀ, ਇਟ, ਵੀ, ਦੇ, ਐਕਸੈਟਰਾ. ਠੀਕ ਹੈ, ਵਾਈ ਵੀ ਨੀਡ ਦੈਮ. ਹੁਣ ਪ੍ਰੋਨਾਊਨਸ ਜਿਹੜੇ ਹੁੰਦੇ ਉਹਨਾਂ ਦੀ ਜ਼ਰੂਰਤ ਸਾਨੂੰ ਕਿਉਂ ਪੈਂਦੀ ਆ? ਟੂ ਅਵੋਇਡ ਰਿਪੀਟਿੰਗ ਨਾਊਨਸ. ਕਿਸੇ ਦਾ ਨਾਮ ਬਾਰ ਬਾਰ ਲਈ ਜਾਣਾ, ਉਹ ਰੈਪੀਟੀਸ਼ਨ ਨੂੰ ਜਿਹੜਾ ਅਵੋਇਡ ਕਰਨ ਵਾਸਤੇ. ਰਿਪੀਟਿੰਗ ਨਾਊਨਸ ਮੇਕ ਸੈਂਟੈਂਸ ਕੰਪਰਸਮ ਐਂਡ ਕੰਪਲੈਕਸ, ਮਤਲਬ ਜਦੋਂ ਆਪਾਂ ਕਿਸੇ ਦਾ ਨਾਮ ਬਾਰ ਲਵਾਂਗੇ ਤਾਂ ਉਹ ਇੱਕ ਸੈਂਟੈਂਸ ਨੂੰ ਕੰਪਲੈਕਸ ਬਣਾ ਦਿੰਦੇ ਆ. ਲੈਟਸ ਸੀ ਫਸਟ ਐਗਜ਼ਾਮਪਲ ਕਿ ਪ੍ਰੋਨਾਊਨਸ ਜਿਹੜੇ ਆ ਉਹਨਾਂ ਦੀ ਜ਼ਰੂਰਤ ਜਿਹੜੀ ਆ ਕਿਉਂ ਪੈਂਦੀ ਆ, ਜਦ ਕਿ ਨਾਊਨ ਵੀ ਉਹੀ ਕੰਮ ਕਰ ਰਹੇ ਹੁੰਦੇ ਆ. ਠੀਕ ਹੈ, ਯੂਜ਼ਿੰਗ ਨਾਊਨਸ ਓਨਲੀ. ਹੁਣ ਇਸ ਐਗਜ਼ਾਮਪਲ 'ਚ ਆਪਾਂ ਸਿਰਫ ਨਾਊਨ ਯੂਜ਼ ਕਰਾਂਗੇ. ਰਾਜ ਬੋਟ ਦਾ ਬੁੱਕ ਬਿਕੋਜ਼ ਰਾਜ ਵਾਂਟਿਡ ਟੂ ਰੀਡ ਇਟ. ਸਿਰਫ ਰਾਜ ਯੂਜ਼ ਤਾਂ ਮਤਲਬ ਨਾਊਨ ਯੂਜ਼ ਕੀਤਾ ਹੈ ਆਪਾਂ. ਠੀਕ ਹੈ, ਹੁਣ ਪ੍ਰੋਨਾਊਨ ਯੂਜ਼ ਕਰਦੇ, ਨਾਊਨ ਅਤੇ ਪ੍ਰੋਨਾਊਨ ਦੋਵੇਂ. ਰਾਜ ਬੋਟ ਦਾ ਬੁੱਕ ਬਿਕੋਜ਼ ਹੀ ਵਾਂਟਿਡ ਟੂ ਰੀਡ ਇਟ. ਰਾਜ ਨੂੰ ਬੁੱਕ ਚਾਹੀਦੀ ਸੀ ਕਿਉਂਕਿ ਰਾਜ ਨੇ ਬੁੱਕ ਖਰੀਦੀ ਕਿਉਂਕਿ ਉਹ ਉਹਨੂੰ ਰੀਡ ਕਰਨਾ ਚਾਹੁੰਦਾ ਸੀ. ਠੀਕ ਹੈ, ਲੈਟਸ ਸੀ ਸੈਕਿੰਡ ਐਗਜ਼ਾਮਪਲ. ਹੁਣ ਅਗੇਨ ਆਪਾਂ ਇਕੱਲਾ ਨਾਊਨ ਹੀ ਯੂਜ਼ ਕਰਾਂਗੇ ਸੈਂਟੈਂਸ ਦੇ ਵਿੱਚ. ਦ ਡੋਗ ਵਾਜ਼ ਬਾਰਕਿੰਗ ਬਿਕੋਜ਼ ਦ ਡੋਗ ਵਾਜ਼ ਹੰਗਰੀ. ਮੀਨਸ ਜਿਹੜਾ ਕੁੱਤਾ ਆ ਉਹ ਭੌਂਕ ਰਿਹਾ ਆ ਕਿਉਂਕਿ ਕੁੱਤਾ ਹੰਗਰੀ ਆ. ਮੈਂ ਬਾਰ ਕੁੱਤਾ ਦੋ ਵਾਰੀ ਰਿਪੀਟ ਕੀਤਾ. ਹੁਣ ਅਗਰ ਮੈਂ ਪ੍ਰਣਾਵ ਯੂਜ਼ ਕਰਾਂਗੀ, ਪ੍ਰੋਨਾਊਨ, ਦ ਡੋਗ ਵਾਜ਼ ਬਾਰਕਿੰਗ ਬਿਕੋਜ਼ ਇਟ ਵਾਜ਼ ਹੰਗਰੀ. ਵੀ ਯੂਜ਼ ਇਟ ਇੰਸਟੈਡ ਆਫ ਡੋਗ. ਲੈਟਸ ਸੀ ਦ ਲਾਸਟ ਐਗਜ਼ਾਮਪਲ. In the first sentence we are using just only nouns. Prakshi was crying, so Prakshi's father gave Prakshi a bicycle. Here we repeat Prakshi 3 times. Now using noun and pronoun both. Prakshi was crying, so her father gave her the bicycle. We use her and her instead of Prakshi. We did not repeat the Prakshi again and again. We use pronouns for
ਅਸੀਂ ਪ੍ਰੋਨਾਊਨਸ ਦੀ ਕਿਉਂ ਜ਼ਰੂਰਤ ਹੁੰਦੀ ਹੈ ਸਾਨੂੰ? ਟੂ ਅਵੋਇਡ ਕੰਪਲੈਕਸਿਟੀ ਆਫ ਸੈਂਟੈਂਸ ਨੂੰ ਕੰਪਲੈਕਸ ਨਹੀਂ ਬਣਾਉਂਦੇ, ਗੁੰਝਲਦਾਰ ਨਹੀਂ ਬਣਾਉਂਦੇ। ਪ੍ਰੋਨਾਊਨਸ ਕੈਨ ਬੀ ਸਬਜੈਕਟ ਐਂਡ ਪ੍ਰੈਡੀਕੇਟ, ਅਤੇ ਪ੍ਰੋਨਾਊਨਸ ਜਿਹੜੇ ਉਹ ਸਬਜੈਕਟ ਅਤੇ ਪ੍ਰੈਡੀਕੇਟ ਜਾਂ ਕਹਿ ਲਓ ਆਬਜੈਕਟ ਦੋਵੇਂ ਹੋ ਸਕਦੇ ਆ। ਹੁਣ ਟਾਈਪਸ ਆਫ ਪ੍ਰੋਨਾਊਨਸ ਦੀ ਗੱਲ ਕਰਦੇ ਹਾਂ ਅਤੇ ਇਹਨਾਂ ਦੀਆਂ ਟਾਈਪਸ ਦੇ ਵਿੱਚ ਇਹ 8 ਟਾਈਪਸ ਦੇ ਵੀ ਹੁੰਦੇ, 7 ਦੇ ਵੀ ਹੋ ਸਕਦੇ ਆ, ਠੀਕ ਹੈ। ਦਾ ਫਸਟ ਵਨ ਇਜ਼ ਪਰਸਨਲ, second is indefinite, third is relative, fourth is intensive, fifth is demonstrative, sixth is interrogative, and the seventh is reflexive pronoun. In this video we will discuss about the personal pronouns first. What are the personal pronouns? This is very important type of pronouns, so listen it carefully. First, it is related with the point of view. Means, what is a point of view here? It means that it include 3 persons: first person, second person, and third person. So as you can see in the picture, here is the first person is Ram, second person is Shyam, and the third person is Richa. ठीक है, ਹੁਣ Ram is the speaker. ਜਿਹੜਾ ਫਸਟ ਪਰਸਨ ਆ ਹਮੇਸ਼ਾ ਸਪੀਕਰ ਹੁੰਦਾ, ਕੁਛ ਬੋਲ ਰਿਹਾ ਹੁੰਦਾ ਆ, ਅਤੇ ਜਿਹੜਾ ਪਰਸਨ ਸੁਣ ਰਿਹਾ ਹੁੰਦਾ ਉਹ ਸੈਕਿੰਡ ਪਰਸਨ ਹੁੰਦਾ ਆ, ਠੀਕ ਆ। ਇੱਕ ਰੂਮ ਦੇ ਵਿੱਚ ਆ, ਇਹਨਾਂ ਦੇ ਵਿੱਚ ਗੱਲਬਾਤ ਹੋ ਰਹੀ ਆ, ਫਸਟ ਪਰਸਨ ਕੁਛ ਬੋਲ ਰਿਹਾ, ਸੈਕਿੰਡ ਪਰਸਨ ਸੁਣ ਰਿਹਾ, ਅਤੇ ਜਿਹਦੇ ਬਾਰੇ ਯਾਨੀ ਥਰਡ ਪਰਸਨ ਰਿਚਾ ਦੇ ਬਾਰੇ ਗੱਲ ਹੋ ਰਹੀ ਆ ਉੱਥੇ ਪ੍ਰੈਜ਼ੈਂਟ ਨਹੀਂ ਹੈਗੀ, ਅਤੇ ਉਹ ਹੋ ਗਈ ਤੁਹਾਡੀ ਥਰਡ ਪਰਸਨ। ਇਹਨੂੰ ਆਪਾਂ ਪੰਜਾਬੀ ਦੇ ਵਿੱਚ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ, ਫਸਟ ਪਰਸਨ ਹੁੰਦਾ ਉੱਤਮ ਪੁਰਖ, ਸੈਕਿੰਡ ਪਰਸਨ ਹੁੰਦਾ ਮੱਧਮ ਪੁਰਖ, ਐਂਡ ਥਰਡ ਪਰਸਨ ਹੁੰਦਾ ਆ ਅਨਿਆ ਪੁਰਖ। ਫਸਟ ਪਰਸਨ ਨੂੰ ਯੂਜ਼ ਕਰਾਂਗੇ ਆਪਾਂ ਆਈ ਦੀ ਤਰ੍ਹਾਂ, ਯੂ ਸੈਕਿੰਡ ਪਰਸਨ ਦੇ ਲਈ ਹੁੰਦਾ ਯੂ, ਐਂਡ ਥਰਡ ਪਰਸਨ ਦੇ ਲਈ ਹੁੰਦਾ ਆ ਸ਼ੀ, ਹੀ ਜਾਂ ਇਟ ਜਾਂ ਫਿਰ ਦੇ, ਠੀਕ ਹੈ, ਇਸ ਤਰੀਕੇ ਨਾਲ। ਨੈਕਸਟ 2 ਫੋਰਮਸ ਹੁੰਦੀਆਂ ਆ ਪਰਸਨਲ ਪ੍ਰੋਨਾਊਨ ਦੇ ਵਿੱਚ, ਦੈਟ ਇਜ਼ ਸਿੰਗੂਲਰ ਐਂਡ ਪਲੂਰਲ। ਮਤਲਬ ਨੰਬਰਸ ਦੇ ਆਧਾਰ ਉੱਪਰ, ਸੰਖਿਆ ਦੇ ਆਧਾਰ 'ਤੇ ਆਪਾਂ ਇਹਨੂੰ 2 ਟਾਈਪਸ ਵਿੱਚ ਡਿਵਾਈਡ ਕਰਦੇ ਹਾਂ। ਇੱਕ ਹੁੰਦਾ ਆ ਇੱਕ ਵਚਨ, ਦੂਸਰਾ ਹੁੰਦਾ ਬਹੁਵਚਨ, ਸਿੰਗੂਲਰ ਐਂਡ ਪਲੂਰਲ। ਸਿੰਗੂਲਰ 'ਚ ਇੱਕ ਜਾਣੇ ਦੀ ਗੱਲ ਹੁੰਦੀ ਐਂਡ ਪਲੂਰਲ 'ਚ ਜ਼ਿਆਦਾ ਜਾਣਿਆਂ ਦੀ। ਬੇਸਡ ਔਨ ਟਾਈਪਸ, ਹੁਣ ਉਹਨਾਂ ਦੀਆਂ ਟਾਈਪਸ ਦੇ ਉੱਪਰ ਬੇਸਡ ਅਗਰ ਆਪਾਂ ਗੱਲ ਕਰੀਏ ਪਰਸਨਲ ਪ੍ਰੋਨਾਊਨਸ ਦੀ, ਤਾਂ 3 ਕੇਸ ਬਣਦੇ ਆ: ਸਬਜੈਕਟਿਵ, ਪੋਜੈਸਿਵ ਐਂਡ ਓਬਜੈਕਟਿਵ। ਸਬਜੈਕਟਿਵ ਮਤਲਬ ਜਿਨ੍ਹਾਂ ਦੇ ਵਿੱਚ ਸਬਜੈਕਟਸ ਦੀ ਗੱਲ ਹੁੰਦੀ, ਜਿਨ੍ਹਾਂ 'ਚ ਸਬਜੈਕਟਸ ਦਾ ਯੂਜ਼ ਹੁੰਦਾ, ਜਿਵੇਂ ਆਈ, ਵੀ, ਹੀ, ਸ਼ੀ, ਹੂ, ਦੇ, ਇਟ, ਹੋਰ ਵੀ ਕਈ ਤਰ੍ਹਾਂ ਦੇ ਹੋ ਸਕਦੇ ਆ, ਠੀਕ ਹੈ। ਨੈਕਸਟ ਇਜ਼ ਦਾ ਪੋਜੈਸਿਵ, ਯੂਜ਼ ਟੂ ਸ਼ੋ ਓਨਰਸ਼ਿਪ ਔਰ ਪੋਜੈਸ਼ਨ। ਮਤਲਬ ਇਹਦੇ ਵਿੱਚ ਮਾਲਕੀਅਤ ਦੱਸੀ ਜਾਂਦੀ ਕਿ ਕਿਹੜੀ ਚੀਜ਼ ਕਿਸ ਦੀ ਆ, ਜਿਵੇਂ ਆਈ ਤੋਂ ਬਣ ਗਿਆ ਮਾਏ, ਮਾਈਨ, ਅਵਰ, ਅਵਰਸ, ਠੀਕ ਹੈ। ਉਸੇ ਤਰ੍ਹਾਂ ਹੀ ਤੋਂ ਹਿਜ਼, ਹਰ, ਸ਼ੀ ਤੋਂ ਹਰ, ਹਰਸ, ਅਤੇ ਇਸ ਤੋਂ ਬਾਅਦ ਵਿੱਚ ਦੇ ਦਾ ਬਣਦਾ ਦੇਅਰ, ਦੇਅਰਸ, ਠੀਕ ਹੈ। ਹੂ ਦਾ ਹੂਜ਼ ਬਣ ਜਾਂਦਾ। ਓਬਜੈਕਟਿਵ ਕੇਸ ਉਹ ਹੁੰਦਾ ਆ ਜਿਹਦੇ ਵਿੱਚ ਓਬਜੈਕਟਸ ਦੀ ਗੱਲ ਹੁੰਦੀ ਆ ਜਾਂ ਓਬਜੈਕਟਸ ਦਾ ਯੂਜ਼ ਕੀਤਾ ਜਾਂਦਾ ਆ, ਮੀ, ਅਸ, ਹਿਮ, ਹਰ, ਹਿਮ, ਦੈਮ, ਹੋਮ, ਠੀਕ ਹੈ। ਯਾਨੀ ਆਏ ਦਾ ਮੀ ਬਣ ਜਾਂਦਾ। ਇਸ ਤਰੀਕੇ ਨਾਲ ਦੂਸਰੇ ਵੀ ਜਿਹੜੇ ਆ ਉਹ ਟਰਾਂਸਫਾਰਮ ਹੋ ਜਾਂਦੇ ਆ, ਠੀਕ ਹੈ। ਸਬਜੈਕਟ ਦੀ ਜਗ੍ਹਾ ਵੱਖਰਾ ਲਿਖਿਆ ਜਾਊਗਾ, ਓਬਜੈਕਟ ਦੀ ਜਗ੍ਹਾ ਵੱਖਰਾ ਲਿਖਿਆ ਜਾਊਗਾ। ਹੁਣ ਪਰਸਨਲ ਪ੍ਰੋਨਾਊਨਸ ਦੀਆਂ 3 ਟਾਈਪਸ ਦੇ ਪਰਸਨ ਹੁੰਦੇ ਆ, ਆਪਾਂ ਪਹਿਲਾਂ ਡਿਸਕਸ ਕਰ ਚੁੱਕੇ, ਫਸਟ ਪਰਸਨ, ਸੈਕਿੰਡ ਪਰਸਨ ਅਤੇ ਥਰਡ ਪਰਸਨ। 2 ਟਾਈਪ ਆਫ ਫੋਰਮਸ ਜਿਹੜੀਆਂ ਹੁੰਦੀਆਂ ਆ ਉਹ ਇੱਕ ਵਚਨ ਹੋ ਸਕਦੇ ਆ, ਬਹੁਵਚਨ ਹੋ ਸਕਦੇ ਆ। 3 ਟਾਈਪਸ ਹੁੰਦੀਆਂ, ਕੇਸ 3 ਹੁੰਦੇ ਆ: ਸਬਜੈਕਟਿਵ, ਪੋਜੈਸਿਵ ਐਂਡ ਓਬਜੈਕਟਿਵ। ਅਗਰ ਪ੍ਰੋਨਾਊਨਸ ਸਬਜੈਕਟ ਵਾਲੀ ਜਗ੍ਹਾ 'ਤੇ ਆ ਰਿਹਾ ਤਾਂ ਸਬਜੈਕਟਿਵ, ਠੀਕ ਹੈ। ਓਬਜੈਕਟ ਵਾਲੀ ਜਗ੍ਹਾ 'ਤੇ ਆ ਰਿਹਾ ਤਾਂ ਓਬਜੈਕਟਿਵ। ਹੁਣ ਨਾ ਫਸਟ ਪਰਸਨ ਨੂੰ ਆਪਾਂ ਦੇਖ ਲੈਂਦੇ ਕਿ ਫਸਟ ਪਰਸਨ ਕੀ ਹੁੰਦਾ ਹੈ ਡਿਟੇਲ 'ਚ। ਰਿਪਰਜੈਂਟਸ ਦਾ ਪਰਸਨ ਹੂ ਇਜ਼ ਸਪੀਕਿੰਗ, ਮੀਨਸ ਜਿਹੜਾ ਪਰਸਨ ਬੋਲ ਰਿਹਾ ਹੁੰਦਾ, ਸਪੀਕਰ ਹੁੰਦਾ ਆ, ਉਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿਹੜਾ ਆ ਫਸਟ ਪਰਸਨ ਆ, ਠੀਕ ਹੈ। ਇਹ ਜਿਹੜਾ ਹੁੰਦਾ ਆ ਇਹਦੇ ਵਿੱਚ ਆਈ ਅਤੇ ਵੀ ਆ ਜਾਂਦੇ ਆ, ਠੀਕ ਹੈ। ਹੁਣ ਇਹਦੇ ਵਿੱਚ 2 ਟਾਈਪਸ ਹੁੰਦੀਆਂ, ਸਿੰਗੂਲਰ ਅਤੇ ਪਲੂਰਲ, ਅਤੇ 3 ਕੇਸ ਜਿਹੜੇ ਆ, 3 ਕੇਸ ਦੇ ਵਿੱਚ ਆਪਾਂ ਸਿੰਗੂਲਰ ਪਲੂਰਲ ਨੂੰ ਡਿਵਾਈਡ ਕਰਾਂਗੇ, ਠੀਕ ਹੈ। ਹੁਣ ਇਹਦਾ ਇੱਕ ਚਾਰਟ ਬਣ ਜਾਣਾ। ਸਿੰਗੂਲਰ ਦੇ ਲਈ ਆਪਾਂ ਇੱਕੋ ਵਰਡ ਯੂਜ਼ ਕਰਦੇ ਹਾਂ ਫਸਟ ਪਰਸਨ 'ਚ, ਆਈ ਯਾਨੀ ਮੈਂ, ਅਤੇ ਜ਼ਿਆਦਾ ਜਾਣਿਆਂ ਲਈ ਵੀ ਮਤਲਬ ਅਸੀਂ, ਠੀਕ ਹੈ। ਪੋਜੈਸ਼ਨ ਮਤਲਬ ਜਿੱਦਾਂ ਕਹਿ ਦਈਏ ਕਿ ਆਹ ਚੀਜ਼ ਮੇਰੀ ਆ, ਤੇਰੀ ਆ, ਠੀਕ ਹੈ। ਪੋਜੈਸ਼ਨ 'ਚ ਆਪਾਂ ਮਾਏ ਅਤੇ ਮਾਈਨ ਦਾ ਮਤਲਬ ਮੇਰਾ, ਅਵਰ ਅਤੇ ਅਵਰਸ ਦਾ ਮਤਲਬ ਸਾਡਾ, ਠੀਕ ਹੈ। ਓਬਜੈਕਟਿਵ ਦਾ ਮਤਲਬ ਮੀ ਦਾ ਮਤਲਬ ਹੁੰਦਾ ਮੈਂ, ਠੀਕ ਹੈ, ਐਂਡ ਅਸ ਦਾ ਮਤਲਬ ਹੁੰਦਾ ਅਸੀਂ। ਫਰਕ ਸਿਰਫ ਇੰਨਾ ਆ ਕਿ ਜਦੋਂ ਇਹ ਸਬਜੈਕਟ ਅਤੇ ਓਬਜੈਕਟ ਵਾਲੀ ਜਗ੍ਹਾ 'ਤੇ ਚੇਂਜ ਹੁੰਦੇ ਉੱਥੇ ਇਹਨਾਂ ਦਾ ਡਿਫਰੈਂਸ ਆ ਜਾਂਦਾ, ਬਾਕੀ ਮੀਨਿੰਗ ਸੇਮ ਰਹਿੰਦਾ ਆ। ਸੈਂਟੈਂਸ ਐਗਜ਼ਾਮਪਲ 'ਚ ਆਪਾਂ ਦੇਖ ਲੈਂਦੇ ਹਾਂ। ਅਗਰ ਸਿੰਗੂਲਰ ਫਾਰਮ ਦੀ ਗੱਲ ਕਰੀਏ ਸੈਂਟੈਂਸ ਵਿੱਚ, ਉਹ ਕਹਿ ਰਹੇ ਆ ਆਈ ਐਮ ਅ ਗੁੱਡ ਸਵਿਮਰ। ਅਗਰ ਇਹਨੂੰ ਪਲੂਰਲ ਫਾਰਮ 'ਚ ਲਿਖਣਾ ਆ ਦੈਨ ਆਈ ਸਿਰਫ ਚੇਂਜ ਹੋ ਜਾਣਾ ਆ, ਆਈ ਤੋਂ ਬਣ ਜਾਣਾ ਵੀ,
ਐਮ ਦੀ ਹੈਲਪਿੰਗ ਵਰਬ ਆਰ 'ਚ ਚੇਂਜ ਹੋ ਜਾਣੀ, ਠੀਕ ਹੈ। ਨੈਕਸਟ ਇਜ਼ ਦ ਸੈਕਿੰਡ ਪਰਸਨ, ਰਿਪਰजेंट्स द person who is listening, मतलब ਸੈਕਿੰਡ ਪਰਸਨ ਦੂਸਰਾ ਪਰਸਨ ਉਹ ਹੁੰਦਾ ਜਿਹੜਾ ਸੁਣ ਰਿਹਾ ਹੁੰਦਾ ਆ। ਹੁਣ ਇਹਦੇ 'ਚ ਸਿੰਗੂਲਰ ਪਲੂਰਲ ਫਾਰਮ ਕੁਛ ਨਹੀਂ ਹੁੰਦੀ, ਦੋਵਾਂ ਦੇ ਲਈ ਇੱਕੋ ਚੀਜ਼ ਯੂਜ਼ ਹੁੰਦੀ ਆ, ਦੈਟ ਇਜ਼ ਦਾ ਵਰਡ ਯੂ, ਠੀਕ ਹੈ। ਸਬਜੈਕਟਿਵ ਅਤੇ ਓਬਜੈਕਟਿਵ ਕੇਸ ਦੇ ਵਿੱਚ ਵੀ ਦੋਵਾਂ 'ਚ ਯੂ ਹੀ ਆਉਣਾ ਆ। ਚੇਂਜ ਕਿੱਥੇ ਹੋਣਾ, ਪੋਜੈਸ਼ਨ 'ਚ, ਜਿੱਥੇ ਗੱਲ ਆਉਣੀ ਮਾਲਕੀਅਤ ਦੀ, ਓਨਰਸ਼ਿਪ ਦੀ। ਯੂਅਰ ਅਤੇ ਯੂਅਰਸ, ਯੂ ਦਾ ਮਤਲਬ ਤੂੰ, ਪੋਜੈਸ਼ਨ 'ਚ ਯੂਅਰ ਅਤੇ ਯੂਅਰਸ ਦਾ ਮਤਲਬ ਤੇਰਾ ਜਾਂ ਤੁਹਾਡਾ, ਠੀਕ ਹੈ। ਉਸੇ ਤਰ੍ਹਾਂ ਓਬਜੈਕਟਿਵ ਦੇ ਵਿੱਚ ਵੀ ਯੂ ਦਾ ਯੂ ਹੀ ਰਹਿਣਾ ਆ। ਸੈਂਟੈਂਸ ਐਗਜ਼ਾਮਪਲਸ ਦੇਖ ਲੈਂਦੇ ਹਾਂ। ਸਿੰਗੂਲਰ ਫਾਰਮ ਦੇ ਵਿੱਚ ਯੂ ਲਾਈਕ ਕੁਕਿੰਗ, ਮਤਲਬ ਤੁਹਾਨੂੰ ਕੁਕਿੰਗ ਪਸੰਦ ਹੈ, ਇੱਕ ਪਰਸਨ ਦੀ ਗੱਲ ਹੋ ਰਹੀ ਹੈ, ਠੀਕ ਹੈ। ਅਤੇ ਪਲੂਰਲ ਫਾਰਮ 'ਚ ਆਪਾਂ ਇੱਕ ਆਲ ਵਰਡ ਯੂਜ਼ ਕਰ ਲੈਂਦੇ ਹਾਂ, ਯੂ ਆਰ ਆਲ ਗ੍ਰੇਟ ਕੁੱਕ, ਮਤਲਬ ਤੁਸੀਂ ਸਾਰੇ ਗ੍ਰੇਟ ਕੁੱਕ ਹੋ। ਕੁੱਕ ਮਤਲਬ ਜਿਹੜੇ ਸ਼ੈਫ ਹੁੰਦੇ ਆ, ਠੀਕ ਹੈ। ਇਸ ਤਰੀਕੇ ਦੇ ਨਾਲ ਯੂ ਜਿਹੜਾ ਇੱਕ ਪਰਸਨ ਨੂੰ ਵੀ ਡਿਪਿਕਟ ਕਰਦਾ ਹੈ ਅਤੇ ਜ਼ਿਆਦਿਆਂ ਨੂੰ ਵੀ। ਨੈਕਸਟ ਇਜ਼ ਦ ਥਰਡ ਪਰਸਨ, ਇਟ ਰਿਪਰजेंट्स ਦ ਪਰਸਨ ਔਰ ਦ ਥਿੰਗ ਅਦਰ ਦੈਨ ਦਾ ਫਸਟ ਔਰ ਸੈਕਿੰਡ ਪਰਸਨ, ਪਹਿਲੇ ਅਤੇ ਦੂਸਰੇ ਪਰਸਨ ਨੂੰ ਛੱਡ ਕੇ ਜਿਹੜਾ ਤੀਸਰਾ ਪਰਸਨ ਹੁੰਦਾ ਆ, ਠੀਕ ਹੈ, ਯਾਨੀ ਅਨਯ ਪੁਰਖ। ਇਹਦੇ ਵਿੱਚ ਵੀ ਸਿੰਗੂਲਰ ਪਲੂਰਲ ਟਾਈਪਸ ਹੁੰਦੀਆਂ ਆ ਅਤੇ 3 ਕੇਸ ਬਣਦੇ ਆ, ਸਬਜੈਕਟਿਵ, ਪੋਜੈਸਿਵ ਅਤੇ ਓਬਜੈਕਟਿਵ। ਸਬਜੈਕਟਿਵ ਮਤਲਬ ਸਬਜੈਕਟ ਵਾਲੀ ਜਗ੍ਹਾ 'ਤੇ ਜਿਹੜੇ ਹੁੰਦੇ ਆ ਵਰਡਸ ਹੀ, ਸ਼ੀ ਅਤੇ ਇਟ। ਤਿੰਨਾਂ ਦਾ ਮਤਲਬ ਹੁੰਦਾ ਵਾ, ਹੀ ਸ਼ੀ ਦਾ ਮਤਲਬ ਉਹ, ਇਟ ਦਾ ਮਤਲਬ ਇਹ, ਦੇ ਦਾ ਮਤਲਬ ਉਹੋ ਹੀ ਹੁੰਦਾ ਆ ਪਰ ਜ਼ਿਆਦਾ ਜਾਣੇ। ਪੋਜੈਸ਼ਨ 'ਚ ਹਿਜ਼, ਹਰ, ਹਰਸ। ਹਿਜ਼ ਮਤਲਬ ਲੜਕੇ ਦੀ ਗੱਲ, ਉਸ ਦਾ, ਹਰ ਦਾ ਮਤਲਬ ਉਸ ਦਾ ਅਤੇ ਹਰਸ ਦਾ ਮਤਲਬ ਵੀ ਉਹੀ ਹੁੰਦਾ ਆ, ਉਸ ਦਾ। ਦੇਅਰ, ਦੇਅਰਸ ਦਾ ਮਤਲਬ ਉਹਨਾਂ ਦਾ, ਠੀਕ ਹੈ, ਜਦੋਂ ਜ਼ਿਆਦਾ ਜਾਣੇ ਹੋਣ। ਓਬਜੈਕਟਿਵ ਕੇਸ ਦੇ ਵਿੱਚ ਹੀ ਦਾ ਹਿਮ, ਸ਼ੀ ਦਾ ਹਰ ਐਂਡ ਇਟ ਦਾ ਇਟ ਰਹਿੰਦਾ ਹੈ ਅਤੇ ਦੇ ਦਾ ਦੈਮ। ਨੈਕਸਟ ਲੈਟਸ ਲੁੱਕ ਇਨਟੂ ਸਮ ਐਗਜ਼ਾਮਪਲਸ। ਸਿੰਗੂਲਰ ਫਾਰਮ ਦੇ ਵਿੱਚ ਕੀ ਹੁੰਦਾ ਆ, ਹੀ ਰੀਡਸ ਨਿਊਜ਼ਪੇਪਰ ਰੈਗੂਲਰਲੀ, ਮਤਲਬ ਉਹ ਰੋਜ਼ ਨਿਊਜ਼ਪੇਪਰ ਪੜ੍ਹਦਾ ਆ, ਠੀਕ ਹੈ। ਹੀ ਨੇ ਚੇਂਜ ਹੋ ਜਾਣਾ, ਹੀ ਦੀ ਜਦੋਂ ਇੱਕ ਪਰਸਨ ਦੀ ਉਹ ਦੀ ਗੱਲ ਕਰਨੀ ਨੂੰ ਜਦੋਂ ਆਪਾਂ ਮਲਟੀਪਲ 'ਚ ਲੈ ਜਾਵਾਂਗੇ, ਯਾਨੀ ਪਲੂਰਲ ਫਾਰਮ 'ਚ ਲੈ ਜਾਵਾਂਗੇ ਤਾਂ ਦੇ ਬਣ ਜਾਣਾ, ਦੇ ਰੀਡ ਨਿਊਜ਼ਪੇਪਰ ਰੈਗੂਲਰਲੀ, ਠੀਕ ਹੈ। ਇਸ ਤਰੀਕੇ ਦੇ ਨਾਲ ਲੈਟਸ ਰਿਵਾਈਜ਼ ਦ ਚਾਰਟ ਵਿਚ ਵੀ ਕਵਰਡ। ਹੁਣ ਪਰਸਨਲ ਪ੍ਰੋਨਾਊਨ ਜਿਹੜਾ ਆ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਭ ਤੋਂ ਇੰਪੋਰਟੈਂਟ ਪ੍ਰੋਨਾਊਨ ਹੁੰਦਾ ਆ, ਠੀਕ ਹੈ। ਫਸਟ ਪਰਸਨ ਅਗਰ ਸਿੰਗੂਲਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਏ, ਮੀ, ਮਾਏ, ਮਾਈਨ, ਇਹ ਸਾਰੇ ਜਿਹੜੇ ਕੇਸ ਸੀ ਨਾ, ਸਬਜੈਕਟਿਵ, ਪੋਜੈਸਿਵ ਅਤੇ ਓਬਜੈਕਟਿਵ ਇਕੱਠੇ ਕਰਤੇ ਉਹਨਾਂ ਨੇ। ਫਸਟ ਪਰਸਨ 'ਚ ਆਏ, ਮੀ, ਮਾਏ, ਮਾਈਨ, ਠੀਕ ਹੈ। ਪਲੂਰਲ 'ਚ ਵੀ, ਅਸ, ਅਵਰ, ਅਵਰਸ। ਸੈਕਿੰਡ ਪਰਸਨ 'ਚ ਯੂ, ਯੋਰ, ਯੋਰਸ। ਪਲੂਰਲ 'ਚ ਯੂ, ਯੋਰ, ਯੋਰਸ ਸੇਮ ਹੋ ਜਾਂਦਾ ਆ, ਠੀਕ ਹੈ। ਸਿੰਗੂਲਰ ਪਲੂਰਲ 'ਚ ਕੋਈ ਫਰਕ ਨਹੀਂ ਹੁੰਦਾ ਸੈਕਿੰਡ ਪਰਸਨ 'ਚ। ਥਰਡ ਦੇ ਵਿੱਚ ਹੀ, ਸ਼ੀ, ਇਟ, ਹਿਮ, ਹਰ, ਹਿਜ਼, ਹਰ, ਹਰਸ, ਇਟਸ ਐਂਡ ਪਲੂਰਲ 'ਚ ਦੇ, ਦੈਮ, ਦੇਅਰ ਐਂਡ ਦੇਅਰਸ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਲਰਨ ਕਰ ਲੈਣਾ। ਨੈਕਸਟ ਕੈਟੇਗਰੀ ਹੈਗੀ ਆ ਇਨਡੈਫੀਨਿਟ ਪ੍ਰੋਨਾਊਨਸ ਦੀ। ਵਟ ਆਰ ਇਨਡੈਫੀਨਿਟ ਪ੍ਰੋਨਾਊਨਸ? ਇਫ ਵੀ ਡੂ ਨਾਟ ਵਾਂਟ ਟੂ ਇੰਡੀਕੇਟ ਐਗਜ਼ੈਕਟ ਪਰਸਨ, ਪਲੇਸ ਔਰ ਥਿੰਗ, ਯੂ ਕੈਨ ਯੂਜ਼ ਇਨਡੈਫੀਨਿਟ ਪ੍ਰੋਨਾਊਨਸ। ਮਤਲਬ ਜਦੋਂ ਆਪਾਂ ਕਿਸੇ ਖਾਸ ਪਰਸਨ ਨੂੰ ਪੁਆਇੰਟ ਆਊਟ ਨਹੀਂ ਕਰਾਂਗੇ ਨਾ, ਉਸ ਸਮੇਂ ਆਪਾਂ ਜਿਹੜੇ ਪ੍ਰੋਨਾਊਨਸ ਨੂੰ ਯੂਜ਼ ਕਰਾਂਗੇ ਉਹ ਇਨਡੈਫੀਨਿਟ ਹੋਣਗੇ, ਯਾਨੀ ਐਨੀਬਡੀ, ਐਨੀਵਨ, ਨੋਬਡੀ, ਐਵਰੀ, ਆਲ, ਸਮ, ਇਨਫ, ਮੈਨੀ, ਮਚ। ਕੋਈ ਵੀ, ਸਾਰੇ ਜਾਣੇ, ਕੁਝ ਕੁ, ਠੀਕ ਹੈ। ਇਸ ਤਰੀਕੇ ਨਾਲ ਜਦੋਂ ਆਪਾਂ ਬੋਲਦੇ ਹਾਂ। ਸੈਂਟੈਂਸ ਐਗਜ਼ਾਮਪਲਸ ਦੇਖ ਸਕਦੇ ਹਾਂ ਆਪਾਂ। ਸਮਬਡੀ ਏਟ ਮਾਈ ਸੈਂਡਵਿਚ, ਸਮਬਡੀ ਏਟ ਮਾਈ ਸੈਂਡਵਿਚ। ਸਮਬਡੀ ਮਤਲਬ ਕੋਈ ਜਾਣਾ, ਪੱਕਾ ਨਹੀਂ ਪਤਾ ਹੁਣ ਕੌਣ ਆ, ਮਤਲਬ ਆਪਾਂ ਕੁਝ ਵੀ ਕਹਿ ਸਕਦੇ, ਕੋਈ ਵੀ ਹੋ ਸਕਦਾ ਹੈ। ਸਮਬਡੀ ਏਟ ਮਾਈ ਸੈਂਡਵਿਚ ਯਾਨੀ ਸਮਬਡੀ ਤੁਹਾਡਾ ਇੱਥੇ ਇਨਡੈਫੀਨਿਟ ਹੋ ਗਿਆ, ਜਿਹਦੇ ਬਾਰੇ ਪੂਰਾ ਪਤਾ ਨਹੀਂ ਆ। ਐਵਰੀਵਨ ਸੇਜ਼ ਸ਼ੀ ਇਜ਼ ਬਿਊਟੀਫੁਲ, ਸਾਰੇ ਕਹਿ ਰਹੇ ਆ ਕਿ ਉਹ ਸੋਹਣੀ ਆ, ਸਾਰਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਾਣੇ ਆ, ਠੀਕ ਹੈ। ਡਜ਼ ਐਨੀਵਨ ਨੋਜ਼ ਵਟਸ ਹੈਪਨਿੰਗ ਹੇਅਰ, ਕੋਈ ਜਾਣਦਾ ਹੈ ਕਿ ਇੱਥੇ ਕੀ ਹੋ ਰਿਹਾ ਆ, ਕੋਈ ਜਾਣਦਾ ਆ, ਮਤਲਬ ਸਾਨੂੰ ਆਪਾਂ ਕਿਸੇ ਇੱਕ ਖਾਸ ਪਰਸਨ ਨੂੰ ਨਹੀਂ ਆਪਾਂ ਪੁਆਇੰਟ ਆਊਟ ਕਰ ਰਹੇ, ਠੀਕ ਹੈ। ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿੱਥੇ ਆਪਾਂ ਖਾਸ ਚੀਜ਼ ਦੀ ਜਾਂ ਖਾਸ ਪਰਸਨ ਦੀ ਗੱਲ ਨਹੀਂ ਕਰ ਰਹੇ ਹੁੰਦੇ, ਉੱਥੇ ਆਪਾਂ ਕਹਿ ਸਕਦੇ ਹਾਂ ਕਿ ਉਹ ਵਰਡਸ ਜਿਹੜੇ ਆ, ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਇਨਡੈਫੀਨਿਟ ਪ੍ਰੋਨਾਊਨਸ ਬਣ ਜਾਂਦੀਆਂ। ਨੈਕਸਟ ਆਰ ਦਾ ਰਿਲੇਟਿਵ ਪ੍ਰੋਨਾਊਨਸ। ਰਿਲੇਟਿਵ ਪ੍ਰੋਨਾਊਨਸ ਕੀ ਹੁੰਦੇ ਆ? ਯੂਜ਼ਡ ਫॉर ਨਾਊਨਸ ਵਿਚ ਆਰ ਮੈਂਸ਼ਨਡ ਪ੍ਰੀਵੀਅਸਲੀ। ਸੈਂਟੈਂਸ ਦੇ ਵਿੱਚ ਆਲਰੇਡੀ ਜਿਹੜੇ ਨਾਊਨਸ ਜਿਹੜੇ ਆਲਰੇਡੀ ਮੈਂਸ਼ਨ ਕੀਤੇ ਹੁੰਦੇ, ਉਹਨਾਂ ਦੇ ਲਈ ਕੁਝ ਪ੍ਰੋਨਾਊਨਸ ਜਿਹੜੇ ਯੂਜ਼ ਹੁੰਦੇ ਆ। ਇਹਨਾਂ ਦਾ ਕੰਮ ਕੀ ਹੁੰਦਾ ਆ? ਦੋ ਸੈਂਟੈਂਸਿਸ ਨੂੰ ਆਪਸ 'ਚ ਜੋੜਨਾ। ਕੈਨ ਬੀ ਯੂਜ਼ ਟੂ ਜੁਆਇਨ ਟੂ ਸੈਂਟੈਂਸਿਸ, ਰਾਈਟ। ਐਗਜ਼ਾਮਪਲਸ ਹੈਗੀਆਂ ਹੂ, ਹੁਮ, ਵਿਚ, ਹੁਮਸੋਐਵਰ, ਠੀਕ ਹੈ। ਇਸ ਤਰੀਕੇ ਨਾਲ ਕਾਫੀ ਹੁੰਦੇ ਆ। ਸੈਂਟੈਂਸ ਐਗਜ਼ਾਮਪਲਸ ਦੇਖ ਲਈਏ। ਦ ਸਾਈਕਲਿਸਟ
who won the race trained hard. cyclist noun ਪਹਿਲਾਂ ਹੀ ਮੈਂਸ਼ਨ ਕੀਤਾ ਹੋ ਗਿਆ ਵਾ ਤੇ ਉਹਨੂੰ ਹੀ ਰੈਫਰ ਕਰ ਰਿਹਾ ਵਰਡ who, ਠੀਕ ਹੈ। ਕਹਿੰਦੇ ਸਾਈਕਲਿਸਟ ਜਿਹੜਾ ਰੇਸ ਜਿੱਤਿਆ ਉਹਦੀ ਟ੍ਰੇਨਿੰਗ ਕਾਫੀ ਹਾਰਡ ਸੀ। the police needed detail that could help to identify the robber. ਕਹਿੰਦੇ ਪੁਲਿਸ ਡਿਟੇਲਸ ਮੰਗ ਰਹੀ ਆ, ਹੁਣ ਡਿਟੇਲਸ ਜਿਹੜੇ ਆ ਉਹਨੂੰ ਰੈਫਰ ਕਰ ਰਿਹਾ ਵਰਡ that। ਡਿਟੇਲ ਇੱਕ ਥਿੰਗ ਆ, ਚੀਜ਼ ਕਹਿ ਸਕਦੇ ਆ, ਹੈ ਨਾ, ਤੇ that ਉੱਥੇ ਇਸ ਕਰਕੇ ਲਗਾਇਆ। this is the place where we met, place ਨੂੰ ਰੈਫਰ ਕਰ ਰਿਹਾ ਵਰਡ where, ਠੀਕ ਹੈ। ਤੇ ਉਸ ਹਿਸਾਬ ਨਾਲ where, that and who ਜਿਹੜੇ ਆ ਤੁਹਾਡੇ ਰਿਲੇਟਿਵ ਪ੍ਰੋਨਾਊਨਸ ਬਣ ਜਾਂਦੇ ਆ, ਠੀਕ ਹੈ। ਆਲਰੇਡੀ ਜਿਹੜੀ ਚੀਜ਼ ਪਹਿਲਾਂ ਨਾਊਨ ਮੈਂਸ਼ਨ ਕੀਤਾ ਹੁੰਦਾ ਸਿਰਫ ਉਹਨੂੰ ਹੀ ਰੈਫਰ ਕਰਦਾ ਹੈ ਤੇ ਕੰਮ ਇਹਨਾਂ ਦਾ ਦੋ ਸੈਂਟੈਂਸਿਸ ਨੂੰ ਜੋੜਨਾ ਹੁੰਦਾ ਆ। ਨੈਕਸਟ ਇਜ਼ ਦਾ ਇੰਟੈਂਸਿਵ ਪ੍ਰੋਨਾਊਨਸ। ਇੰਟੈਂਸਿਵ ਪ੍ਰੋਨਾਊਨਸ ਕੀ ਹੁੰਦੇ ਆ? ਐਮਫੇਸਾਈਜ਼ ਔਰ ਨਾਊਨ ਔਰ ਪ੍ਰੋਨਾਊਨ। ਇਹ ਜਿਹੜਾ ਆ ਨਾਊਨ ਤੇ ਪ੍ਰੋਨਾਊਨ ਜਿਹੜਾ ਹੁੰਦਾ ਸੈਂਟੈਂਸ ਉਹਦੇ ਉੱਪਰ ਉਹਨੂੰ ਹਾਈਲਾਈਟ ਜ਼ਿਆਦਾ ਕਰਦੇ ਆ, ਠੀਕ ਹੈ। ਦੇ ਪ੍ਰੋਵਾਈਡ ਮੋਰ ਇੰਪੋਰਟੈਂਸ ਟੂ ਦਾ ਸੈਂਟੈਂਸ, ਤੇ ਸੈਂਟੈਂਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ। ਹਿਮਸੈਲਫ, ਹਰਸੈਲਫ, ਯੋਰਸੈਲਫ, ਦੈਮਸੈਲਫ, ਅਵਰਸੈਲਫ ਜਿਹੜੇ ਇਹਨਾਂ ਦੀਆਂ ਐਗਜ਼ਾਮਪਲਸ ਆ। Let's see some sentence examples. He himself is responsible for the situation. He noun pronoun ਹੈ, ਠੀਕ ਹੈ। ਇਹਨੂੰ emphasize ਕਰ ਰਿਹਾ ਆ, ਇਹਨੂੰ emphasize ਕਰਦਾ word ਕਿਹੜਾ? himself। he himself is responsible for the situation, ਉਹ ਆਪਣੇ ਆਪ ਹੀ situation ਦੇ ਲਈ responsible ਹੈਗਾ ਆ। Jennifer sewed her ਡਰੈਸ ਹਰਸੈਲਫ। ਜੈਨੀਫਰ ਯਾਨੀ ਨਾਊਨ ਨੂੰ ਐਮਫੇਸਾਈਜ਼ ਕਰ ਰਿਹਾ ਕਿ ਜੈਨੀਫਰ ਨੇ ਆਪਣੇ ਆਪ ਹੀ ਆਪਣੀ ਡਰੈਸ ਸੀਤੀ ਆ। ਵੀ ਬਿਲਟ ਗਾਰਡਨ ਬਾਈ ਅਵਰਸੈਲਫ, ਅਸੀਂ ਗਾਰਡਨ ਆਪਣਾ ਖੁਦ ਹੀ ਬਣਾਇਆ ਆ, ਆਪਣੇ ਆਪ ਹੀ ਬਣਾਇਆ ਆ, ਠੀਕ ਹੈ। ਇਸ ਤਰੀਕੇ ਨਾਲ ਹਿਮਸੈਲਫ, ਹਰਸੈਲਫ ਐਂਡ ਅਵਰਸੈਲਫ ਆਰ ਦਾ ਇੰਟੈਂਸਿਵ ਪ੍ਰੋਨਾਊਨਸ, ਠੀਕ ਹੈ, ਮਤਲਬ ਐਮਫੇਸਾਈਜ਼ ਕਰਨਾ ਆ ਨਾਊਨ ਪ੍ਰੋਨਾਊਨ ਨੂੰ। ਨੈਕਸਟ ਆਰ ਦਾ ਡੈਮੋਨਸਟ੍ਰੇਟਿਵ ਪ੍ਰੋਨਾਊਨਸ। ਡੈਮੋਨਸਟ੍ਰੇਟਿਵ ਦਾ ਮਤਲਬ ਟੂ ਪੁਆਇੰਟ ਆਊਟ ਸਮਥਿੰਗ, ਰਾਈਟ। these pronouns point something specific within a sentence, ਮਤਲਬ sentence ਵਿੱਚ ਕਿਸੇ ਚੀਜ਼ ਨੂੰ point out ਕਰਨਾ। they represent a thing near or far in distance or time, ਕੋਈ ਚੀਜ਼ ਨੇੜੇ ਹੈ ਜਾਂ ਦੂਰ ਆ, point out ਕਰਕੇ ਇਸ਼ਾਰਾ ਕਰਕੇ ਦੱਸਦੇ ਆ। this, that, these, those, such ਆਈਡੀਆ ਜਿਹੜੀਆਂ ਕੁਝ ਐਗਜ਼ਾਮਪਲਸ ਆ, ਠੀਕ ਹੈ। sentence examples ਦੇਖ ਲੈਂਦੇ ਆ। this is a white cow, ਯਾਨੀ ਮੈਂ ਪੁਆਇੰਟ ਆਊਟ ਕਰਕੇ ਕਹੂੰਗੀ ਕਿ ਇਹ ਵਾਲੀ ਜਿਹੜੀ ਕਾਊ ਆ ਵਾਈਟ ਆ। ਦਿਸ ਮਤਲਬ ਮੇਰੇ ਲਾਗੇ ਖੜੀ ਹੋਈ ਆ ਉਹ, ਠੀਕ ਹੈ। ਦੀਜ਼ ਆਰ ਮਾਈ ਬੁੱਕਸ, ਦੀਜ਼ ਤੋਂ ਪਤਾ ਚੱਲਦਾ ਪਿਆ ਹੈ ਕਿ ਇੱਕ ਬੁੱਕ ਨਹੀਂ ਆ, ਜ਼ਿਆਦੀਆਂ ਬੁੱਕਸ ਆ, ਠੀਕ ਹੈ। ਅਤੇ ਦੀਜ਼ ਉਦੋਂ ਯੂਜ਼ ਕਰਦੇ ਜਦੋਂ ਕੋਈ ਚੀਜ਼ ਲਾਗੇ ਪਈ ਹੁੰਦੀ ਆ। ਨੰਬਰਸ ਵੀ ਪਤਾ ਲੱਗ ਗਿਆ ਸਾਨੂੰ, ਕਿੱਥੇ ਪਈ ਆ ਉਹ ਵੀ ਪਤਾ ਲੱਗ ਗਿਆ, ਠੀਕ ਹੈ। ਸੱਚ ਆ ਪੈਨ ਕੋਸਟ 2 ਰੁਪੀਜ਼, ਮਤਲਬ ਦੱਸ ਰਹੇ ਆ ਇੱਦਾਂ ਦੇ ਪੈਨ ਜਿਹੜੇ 2 ਰੁਪੀਜ਼ ਵਿੱਚ ਆ ਜਾਂਦੇ ਆ, ਠੀਕ ਹੈ। ਸੋ ਸੱਚ, ਦਿਸ, ਦੀਜ਼ are the demonstrative pronouns. distance ਨੂੰ ਦੱਸਦੇ ਆ, ਚੀਜ਼ ਕੋਲ ਆ ਦੂਰ ਆ, ਨੰਬਰ ਵੀ ਸਾਨੂੰ ਪਤਾ ਚੱਲ ਜਾਂਦੇ ਇਹਦੇ ਤੋਂ। next are the interrogative pronouns. these are used to begin a question. interrogative ਤੋਂ ਪਤਾ ਚੱਲ ਰਿਹਾ ਕਿ interrogation ਦੇ ਲਈ ਯੂਜ਼ ਹੁੰਦੇ ਆ ਐਂਡ ਇਹਦੇ 'ਚ questions ਜਿਹੜੇ ਆ ਪੁੱਛੇ ਜਾਂਦੇ ਆ। what, which, who, whom and whose are some examples of interrogative pronouns. let's look into some sentence examples. what do you want for dinner, ਮਤਲਬ ਡਿਨਰ ਦੇ ਵਿੱਚ ਤੁਸੀਂ ਕੀ ਖਾਓਗੇ, ਠੀਕ ਹੈ। what is a question, right, question word ਹੈ। next is the which color do you prefer, ਤੁਹਾਨੂੰ ਕਿਹੜਾ ਰੰਗ ਪਸੰਦ ਹੈ, ਠੀਕ ਹੈ। who is going to take out the trays, ਠੀਕ ਹੈ। who ਜਿਹੜਾ ਆ ਇਹ ਵੀ ਤੁਹਾਡਾ ਜਿਹੜਾ ਆ ਇੱਕ ਕਹਿ ਲਓ ਕੁਐਸਚਨ ਦੀ ਤਰ੍ਹਾਂ ਜਿਹੜਾ ਕੰਮ ਕਰ ਰਿਹਾ, ਠੀਕ ਹੈ। ਯਾਨੀ WH ਵਰਡਸ ਜਿਹੜੇ ਹੁੰਦੇ ਆ ਕੁਐਸਚਨਿੰਗ ਦੇ ਲਈ ਕੰਮ ਆਉਂਦੇ ਆ ਅਤੇ ਇਹ ਜਿਹੜੇ ਆ ਇੰਟੈਰੋਗੇਟਿਵ ਪ੍ਰੋਨਾਊਨਸ ਵੀ ਹੁੰਦੇ ਆ, ਠੀਕ ਹੈ। ਨੈਕਸਟ ਆਰ ਦਾ ਰਿਫਲੈਕਸਿਵ ਪ੍ਰੋਨਾਊਨਸ। ਦੇ ਆਰ object pronouns that we use when the subject and object are the same noun. ਜਿਹਦੇ ਵਿੱਚ ਸੈਂਟੈਂਸ ਦੇ ਵਿੱਚ object ਅਤੇ subject ਜਿਹੜੇ ਸੇਮ ਹੁੰਦੇ ਆ, ਠੀਕ ਹੈ। ਉਹਨਾਂ ਕੇਸਿਸ ਦੇ ਵਿੱਚ ਜਿਹੜੇ ਵਰਡਸ ਜਿਹੜੇ ਹੁੰਦੇ ਆ, ਠੀਕ ਹੈ, ਉਹ ਵਾਲੇ ਵਰਡਸ ਜਿਹੜੇ ਹੁੰਦੇ ਉਹਨਾਂ ਨੂੰ ਆਪਾਂ ਪ੍ਰੋਨਾਊਨ ਕਹਿ ਦਿੰਦੇ ਯਾਨੀ ਰਿਫਲੈਕਸਿਵ ਪ੍ਰੋਨਾਊਨ। ਇਹਨਾਂ ਦੇ ਨਾਲ ਨਾ ਐਕਚੁਅਲੀ ਕੀ ਹੁੰਦਾ ਆ, ਸੈਲਫ ਜਾਂ ਸੈਲਵਸ ਲੱਗਦਾ ਆ, ਠੀਕ ਹੈ। ਜਿੱਦਾਂ ਮੰਨ ਲਓ ਮੈਂ ਆਏ ਕਿਹਾ ਅਤੇ ਆਏ ਦਾ ਮਾਈ ਸੈਲਫ ਬਣ ਗਿਆ, ਠੀਕ ਹੈ। ਮਾਈ ਸੈਲਫ, ਅਵਰ ਸੈਲਫ, ਹਰ ਸੈਲਫ, ਦੇਅਰ ਸੈਲਫਸ, ਐਵੇਂ ਕਰਕੇ। ਸੈਂਟੈਂਸ ਐਗਜ਼ਾਮਪਲ ਦੇ ਵਿੱਚ ਜਿਵੇਂ ਲਿਖਿਆ ਆ, ਆਈ ਆਸਕ ਟੂ ਮਾਈ ਸੈਲਫ ਟੂ ਕਾਮ ਡਾਊਨ। ਆਈ ਤੁਹਾਡਾ ਸਬਜੈਕਟ ਆ, ਮਾਈ ਸੈਲਫ ਤੁਹਾਡਾ ਓਬਜੈਕਟ ਆ, ਯਾਨੀ ਦੋਵੇਂ ਇੱਕੋ ਚੀਜ਼ ਨੂੰ ਰੈਫਰ ਕਰਦੇ ਪਏ ਆ, ਠੀਕ ਹੈ, ਮਤਲਬ ਫਸਟ ਪਰਸਨ ਨੂੰ, ਠੀਕ ਹੈ। ਹੀ ਬੇਕਡ ਅ ਕੇਕ ਹਿਮਸੈਲਫ, ਹੁਣ ਇਹਦੇ ਵਿੱਚ ਤੀਸਰੇ ਪਰਸਨ ਨੂੰ ਰੈਫਰ ਕਰ ਰਹੇ ਆ। ਹੀ ਅਤੇ ਹਿਮਸੈਲਫ ਸੇਮ ਚੀਜ਼ ਆ, ਠੀਕ ਹੈ।
You are too young to go out yourself. You and yourself both are referring to only one thing, that is the second person. What we have learned in this video, let's just revise. We discuss about the personal pronoun, indefinite, relative, intensive, demonstrative, interrogative, and relative pronouns. This chart is very important, so you must learn that. Thank you.